नमस्कार साथियों, ਤੁਸੀਂ देख रहे हो ਸਹਿ ਸਟੱਡੀ यूट्यूब चैनल ਤੇ मैं ਤੁਹਾਡਾ ਆਪਣਾ ਗੁਰਚਰਨ ਸਿੰਘ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਰੀਟ ਮੇਨ ਐਗਜ਼ਾਮ ਪੰਜਾਬੀ ਦੇ ਲਈ ਤੁਸੀਂ ਲਗਾਤਾਰ ਇਸ ਚੈਨਲ ਨੂੰ ਦੇਖ ਰਹੇ ਹੋ। ਇਸ ਦੀ ਹਰ ਇੱਕ ਕਲਾਸ ਨੂੰ ਬਹੁਤ ਹੀ ਪਿਆਰ ਦੇ ਰਹੇ ਹੋ ਤਾਂ ਕਿ ਤੁਹਾਨੂੰ ਐਗਜ਼ਾਮ ਦੇ ਅੰਦਰ ਕੋਈ ਇਜ਼ਾਫਾ ਹੋ ਸਕੇ। ਤੇ ਐਸੇ ਉਦੇਸ਼ ਦੀ ਪੂਰਤੀ ਦੇ ਲਈ ਮੈਂ ਆਪ ਲਈ ਹਰ ਰੋਜ਼ ਕੋਈ ਨਾ ਕੋਈ ਕਲਾਸ ਇੰਪੋਰਟੈਂਟ ਮੰਨਦੇ ਹੋਏ ਕੁਝ ਖਾਸ ਗੱਲਾਂ ਜਿਸ ਕਲਾਸ ਦੇ ਅੰਦਰ ਆਪ ਨੂੰ ਦੱਸਣੀਆਂ ਹੁੰਦੀਆਂ ਨੇ ਕਿ ਕਿੱਦਾਂ ਦੇ ਐਗਜ਼ਾਮ ਦੇ ਅੰਦਰ ਪ੍ਰਸ਼ਨ ਨੇ ਜਿਹੜੇ ਉਹ ਪੁੱਛੇ ਜਾ ਸਕਦੇ ਨੇ, ਉਹ ਕਲਾਸ ਆਪ ਦੇ ਲਈ ਹਰ ਰੋਜ਼ ਲੈ ਕੇ ਆ ਰਿਹਾ ਹਾਂ। ਤੇ ਆਪ ਨੂੰ ਬਾਅਦ ਦੇ ਅੰਦਰ ਇਹਨਾਂ ਦੇ ਜੋ ਟੌਪਿਕ ਕਰਵਾਏ ਜਾ ਰਹੇ ਨੇ ਆਬਜੈਕਟਿਵ ਟਾਈਪ ਕੁਐਸਚਨਾਂ ਦੇ ਰਾਹੀਂ ਪ੍ਰੈਕਟਿਸ ਵੀ ਕਰਵਾਈ ਜਾਏਗੀ। ਸੋ ਅੱਜ ਦੀ ਜਿਹੜੀ ਆਪਣੀ ਕਲਾਸ ਰਹਿਣ ਵਾਲੀ ਹੈ ਉਹ ਸਾਹਿਤ ਰੂਪ ਨਾਟਕ ਦੇ ਬਾਰੇ ਰਹਿਣ ਵਾਲੀ ਹੈ। ਅੱਜ ਇਸ ਕਲਾਸ ਦੇ ਅੰਦਰ ਆਪਾਂ ਨਾਟਕ ਦੇ ਬਾਰੇ ਚਰਚਾ ਕਰਾਂਗੇ ਕਿ ਸਾਹਿਤ ਰੂਪ ਨਾਟਕ ਨਾਲ ਜੁੜਿਆ ਹੋਇਆ ਆਪਣੇ ਸਿਲੇਬਸ ਦੇ ਅੰਦਰ ਕਿਹੜਾ ਪ੍ਰਸ਼ਨ ਆ ਸਕਦਾ ਹੈ, ਜਾਂ ਫਿਰ ਇਹ ਨਾਟਕ ਜਿਹੜਾ ਸਾਹਿਤ ਰੂਪ ਹੈ ਆਪਾਂ ਕਿੱਥੋਂ ਪੜ੍ਹੀਏ ਜਿਹੜਾ ਐਗਜ਼ਾਮ ਦੇ ਅਨੁਸਾਰ ਆਪਾਂ ਨੂੰ ਦੱਸਿਆ ਹੋਇਆ ਸਿਲੇਬਸ ਦੇ ਅਨੁਸਾਰ ਇਹ ਟੌਪਿਕ ਕਵਰ ਹੋ ਸਕੇ। ਤਾਂ ਮੈਂ ਤੁਹਾਨੂੰ ਦੱਸਦਾ ਕਿ 12ਵੀਂ ਜਮਾਤ ਦੀ ਪੰਜਾਬੀ ਪੁਸਤਕ ਦੇ ਅੰਦਰ ਇਹ ਨਾਟਕ ਸਾਹਿਤ ਰੂਪ ਦੇ ਰੱਖਿਆ ਹੈ ਆਪਾਂ ਨੂੰ। ਇਸ ਦੇ ਅੰਦਰੋਂ ਹੀ ਆਪ ਨੂੰ ਸੰਭਾਵਨਾ ਹੈ ਕਿ ਇਹ ਨਾਟਕ ਸਾਹਿਤ ਰੂਪ ਹੈ ਜਿਹੜਾ ਪੁੱਛ ਲਿਆ ਜਾਵੇ। ਤਾਂ ਇਸ ਨੂੰ ਮੈਂ ਕਰਵਾ ਰਿਹਾ ਹਾਂ 12ਵੀਂ ਜਮਾਤ ਦੀ ਜਿਹੜੀ ਪੰਜਾਬੀ ਦੀ ਪੁਸਤਕ ਹੈ ਉਸ ਦੇ ਅੰਦਰੋਂ, ਕਿਉਂਕਿ ਅਗਰ ਤੁਹਾਨੂੰ ਕਿਸੇ ਪ੍ਰਸ਼ਨ ਦੇ ਲਈ ਕੋਈ ਚੈਲੰਜ ਵੀ ਕਰਨਾ ਪਵੇ ਤਾਂ ਇਹ ਆਥੈਂਟਿਕ ਬੁੱਕਾਂ ਨੇ, ਉਹਨਾਂ ਦੇ ਅੰਦਰੋਂ ਹੀ ਮੈਂ ਕਰਵਾ ਰਿਹਾ। ਸਿਰਫ ਮੈਂ ਇਸ ਕਲਾਸ ਦੇ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਪੂਰੇ ਲੈਸਨ ਦੇ ਅੰਦਰੋਂ ਪੂਰੇ ਪਾਠ ਦੇ ਅੰਦਰੋਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਐਗਜ਼ਾਮ ਦੇ ਨਜ਼ਰੀਏ ਤੋਂ ਜ਼ਰੂਰੀ ਨੇ, ਜਾਂ ਫਿਰ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਹਜੇ ਤੱਕ ਤੁਸੀਂ ਨਜ਼ਰ ਅੰਦਾਜ਼ ਕੀਤੀਆਂ ਨੇ, ਜਾਂ ਫਿਰ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਐਗਜ਼ਾਮ ਦੇ ਅੰਦਰ ਪੁੱਛੀਆਂ ਜਾ ਸਕਦੀਆਂ ਨੇ ਤੇ ਤੁਹਾਨੂੰ ਸਮਝ ਨਹੀਂ ਆਈਆਂ। ਤਾਂ ਸੋ ਦੇਖਦੇ ਹਾਂ ਹੁਣ ਆਪਾਂ ਨਾਟਕ। ਤਾਂ ਨਾਟਕ ਦੇ ਬਾਰੇ ਤਿੰਨ ਗੱਲਾਂ ਤੋਂ ਸੰਬੰਧਿਤ ਪ੍ਰਸ਼ਨ ਬਣਨ ਦੀ ਸੰਭਾਵਨਾ ਹੈ। ਇੱਕ, ਨਾਟਕ ਦਾ ਅਰਥ ਕੋਈ ਮੁਸ਼ਕਿਲ ਨਹੀਂ ਹੈ, ਸਭ ਨੂੰ ਪਤਾ ਹੋਏਗਾ। ਦੂਜਾ, ਇਸ ਦੀ ਪਰਿਭਾਸ਼ਾ, ਤੇ ਤੀਜੇ ਇਸ ਦੇ ਤੱਤ ਦੇ ਬਾਰੇ। ਨਾਟਕ ਸਾਹਿਤ ਰੂਪ ਦੇ ਅੰਦਰ ਇਹਨਾਂ ਤਿੰਨਾਂ ਤੋਂ ਜੁੜੇ ਹੋਏ ਕੋਈ ਪ੍ਰਸ਼ਨ ਪੁੱਛੇ ਜਾਣ ਦੀ ਸੰਭਾਵਨਾ ਹੈ ਤੇ ਇਹ ਤੁਹਾਡੇ ਸਿਲੇਬਸ ਦੇ ਅੰਦਰ ਦਿੱਤਾ ਗਿਆ ਹੈ। ਤਾਂ ਪਹਿਲੇ ਆਪਾਂ ਇਸ ਦੇ ਨਾਟਕ ਦੇ ਅਰਥ ਦੇ ਬਾਰੇ ਹੀ ਦੇਖਾਂਗੇ। ਨਾਟਕ ਸਾਹਿਤ ਸਿਰਜਣ ਕਲਾ ਦਾ ਰੰਗਮੰਚੀ ਯੋਗਤਾ ਦਾ ਸੁਮੇਲ ਹੈ। ਇਸੇ ਕਰਕੇ ਨਾਟਕ ਨੂੰ ਮਿਸ਼ਰਤ ਕਲਾ ਰੂਪ ਵੀ ਕਿਹਾ ਜਾਂਦਾ ਹੈ। ਪਾਠਕ ਨਾਟਕ ਨੂੰ ਪੜ੍ਹ ਕੇ ਅਤੇ ਦਰਸ਼ਕ ਇਸ ਦੇ ਮੰਚੀ ਰੂਪ ਨੂੰ ਵੇਖ ਕੇ ਸੂਝ ਮਾਣਦੇ ਨੇ। ਰੰਗਮੰਚ, ਰੋਸ਼ਨੀ, ਆਵਾਜ਼, ਵੇਸ਼ਭੂਸ਼ਾ, ਅਦਾਕਾਰੀ ਇਸ ਦੇ ਬਾਕੀ ਸਾਹਿਤ ਰੂਪਾਂ ਨਾਲੋਂ ਇਸ ਨੂੰ ਨਿਖੇੜਦੇ ਨੇ। ਇਸੇ ਕਰਕੇ ਰੰਗਮੰਚ ਨੂੰ ਨਾਟਕ ਦੀ ਕਸਵਟੀ ਵੀ ਕਿਹਾ ਜਾਂਦਾ ਹੈ। ਬਸ ਇਸ ਪੂਰੇ ਪੈਰੇ ਦੇ ਅੰਦਰ ਇੱਕੋ ਹੀ ਗੱਲ ਨੋਟ ਕਰ ਲੈਣਾ ਕਿ ਨਾਟਕ ਨੂੰ ਕਿਸ ਦੀ ਕਸਵਟੀ ਕਿਹਾ ਜਾਂਦਾ ਹੈ, ਤਾਂ ਰੰਗਮੰਚ ਦੀ ਕਸਵਟੀ ਕਿਹਾ ਜਾਂਦਾ ਹੈ। ਕਿਉਂਕਿ ਦੇਖੋ ਬਾਕੀ ਜਿੰਨੇ ਵੀ ਸਾਹਿਤ ਰੂਪ ਹੈ ਨਾ, ਉਹਦੇ ਲਈ ਕਿਤੇ ਸਟੇਜ ਦੇ ਉੱਤੇ ਇਹ ਜਿਹੜੇ ਦ੍ਰਿਸ਼ ਨੇ, ਅਦਾਕਾਰੀ ਹੈ, ਆਵਾਜ਼ ਹੈ, ਰੋਸ਼ਨੀ ਹੈ, ਲਾਈਟਿੰਗ ਹੈ, ਇਹਦਾ ਕੋਈ ਰੋਲ ਨਹੀਂ ਹੁੰਦਾ, ਪਰ ਨਾਟਕ ਦੇ ਅੰਦਰ ਇਸ ਦਾ ਰੋਲ ਹੁੰਦਾ ਹੈ। ਹੁਣ ਇਹ ਬਸ ਇੰਨੀ ਹੀ ਕੀ ਗੱਲ ਇੰਪੋਰਟੈਂਟ ਕਰਨਾ ਇਸ ਦੇ ਅੰਦਰ। ਫਿਰ ਆਪਾਂ ਦੇਖਣੀ ਹੈ ਕਿ ਅਰਥ ਅਤੇ ਜਿਹੜੀ ਪਰਿਭਾਸ਼ਾ ਹੈ ਉਸ ਨੂੰ ਦੇਖਣਾ ਹੈ ਆਪਾਂ। ਨਾਟਕ ਦਾ ਜੋ ਅਰਥ ਆਪਾਂ ਨੂੰ ਦੇ ਰੱਖਿਆ ਹੈ ਤੇ ਪਰਿਭਾਸ਼ਾ ਜੋ ਦੇ ਰੱਖੀ ਹੈ ਇਸ ਦੇ ਅੰਦਰ ਉਹ ਦੇਖ ਲੈਣੇ ਹਾਂ। ਦੇਖੋ ਨਾਟਕ ਦੇ ਜਿਹੜੇ ਸ਼ਾਬਦਿਕ ਅਰਥ ਦੀ ਗੱਲ ਕਰਦੇ ਹਾਂ ਤਾਂ ਇਹ ਸੰਸਕ੍ਰਿਤ ਦੇ ਨਟ ਜਾਂ ਫਿਰ ਨਾਟ ਤੋਂ ਬਣੇ ਹੋਏ ਨੇ। ਕਿਸ ਤੋਂ ਬਣੇ ਨੇ? ਨਟ ਤੋਂ ਜਾਂ ਫਿਰ ਨਾਟ ਤੋਂ ਬਣੇ ਹੋਏ ਨੇ। ਤੇ ਇਹ ਤੋਂ ਮਤਲਬ ਕੀ ਹੈ? ਨਾਚ ਹੈ। ਇਸ ਤੋਂ ਕੀ ਮਤਲਬ ਸਮਝਦੇ ਹਾਂ ਆਪਾਂ? ਇਹ ਤੋਂ ਸਮਝਦੇ ਹਾਂ ਕਿ ਨਾਟ ਹੈ। ਬਾਅਦ ਵਿੱਚ ਨਾਟਕ ਦੇ ਅਰਥਾਂ ਵਿੱਚ ਨਕਲ ਜਾਂ ਅਨੁਕਰਨ ਨੂੰ ਵੀ ਜੋੜਿਆ ਗਿਆ, ਯਾਨੀ ਬਾਅਦ ਦੇ ਅੰਦਰ ਇਹਨੂੰ ਨਕਲ ਜਾਂ ਅਨੁਕਰਨ ਵੀ ਕਹਿਣ ਲੱਗੇ। ਨਾਟਕੀ ਸਿਧਾਂਤਾਂ ਸੰਬੰਧੀ ਮੁੱਢਲੀ ਜਾਣਕਾਰੀ ਭਾਰਤੀ ਕਾਵਿ ਸ਼ਾਸਤਰ ਆਚਾਰਿਆ ਭਰਤ ਮੁਨੀ ਦੀ ਪੁਸਤਕ ਨਾਟਯ ਸ਼ਾਸਤਰ ਤੋਂ ਪ੍ਰਾਪਤ ਹੁੰਦੀ ਹੈ। ਤੇ ਜ਼ਿਆਦਾ ਜਾਣਕਾਰੀ ਆਪਾਂ ਨੂੰ ਕਿਹੜੇ ਗ੍ਰੰਥ ਤੋਂ ਮਿਲਦੀ ਹੈ? ਨਾਟਯ ਸ਼ਾਸਤਰ ਤੋਂ ਮਿਲਦੀ ਹੈ। ਇਹ ਕਿਸ ਦਾ ਸੀਗਾ? ਇਹ ਭਰਤ ਮੁਨੀ ਦਾ ਸੀਗਾ। ਇਹ ਗੱਲਾਂ ਇੰਪੋਰਟੈਂਟ ਨੇ। ਇਸ ਤੋਂ ਇਲਾਵਾ ਤੁਸੀਂ ਅੰਗਰੇਜ਼ੀ ਭਾਸ਼ਾ 'ਚ ਇਸ ਦੇ ਲਈ ਡਰਾਮਾ ਜਿਹੜਾ ਸ਼ਬਦ ਹੈ ਉਹ ਵਰਤਦੇ ਹੋ। ਅੰਗਰੇਜ਼ੀ ਦੇ ਅੰਦਰ ਆਪਾਂ ਇਸ ਨੂੰ ਡਰਾਮਾ ਕਹਿੰਦੇ ਹਾਂ। ਤੇ ਡਰਾਮਾ ਜਦੋਂ ਕਹਿੰਦੇ ਹਾਂ ਤਾਂ ਇਹ ਸ਼ਬਦ ਹੈ ਜਿਹੜਾ ਉਹ ਯੂਨਾਨੀ ਸ਼ਬਦ ਡਰਾਓ ਦਾ ਇੱਕ ਬਦਲਿਆ ਹੋਇਆ ਰੂਪ ਹੈ। ਯਾਨੀ ਇੱਕ ਯੂਨਾਨੀ ਸ਼ਬਦ ਹੈ ਜਿਹੜਾ ਡਰਾਓ, ਉਹ ਤੋਂ ਬਣਿਆ ਹੈ ਡਰਾਮਾ। ਡਰਾਮਾ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਦੇ ਅੰਦਰ ਕਹਿੰਦੇ ਹਾਂ।
ਤੇ ਜੇਕਰ ਆਪਾਂ ਇਹਦੇ ਡਰਾਓ ਦੇ ਅਰਥ ਦੀ ਗੱਲ ਕਰੀਏ ਤਾਂ ਇਹ ਹੈ ਕੁਝ ਕਰਕੇ ਵਿਖਾਉਣਾ। ਇਸੇ ਤਰ੍ਹਾਂ ਹੀ ਇੱਥੇ ਨਾਟਕ ਦਾ ਸੰਬੰਧ ਕਾਰਜ ਨਕਲ ਕਾਰਜ ਨਾਲ ਜੁੜਦਾ। ਦੇਖੋ ਇਹਦੇ ਅੰਦਰ ਹੁਣ ਇਹ ਗੱਲਾਂ ਹੈ ਕਿ ਨਾਟਕ ਸ਼ਬਦ ਹੈ ਉਹ ਸੰਸਕ੍ਰਿਤ ਦੇ ਕਿਹੜੇ ਸ਼ਬਦ ਤੋਂ, ਨਟ ਜਾਂ ਨਾਟ ਤੋਂ ਬਣਿਆ। ਇਹਦਾ ਮਤਲਬ ਕੀ ਹੈ, ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ? ਇਹਦਾ ਹੈ ਨਾਚ। ਕਿਸ ਕਾਵੀ ਸ਼ਾਸਤਰੀ ਨੇ ਨਾਟਕ ਦੇ ਬਾਰੇ ਜਾਣਕਾਰੀ ਦਿੱਤੀ? ਭਰਤ ਮੁਨੀ ਨੇ। ਉਹਦੀ ਪੁਸਤਕ ਕਿਹੜੀ ਸੀ? ਨਾਟਯ ਸ਼ਾਸਤਰ ਸੀ। ਅੰਗਰੇਜ਼ੀ ਦੇ ਅੰਦਰ ਕੀ ਕਹਿੰਦੇ ਆ? ਡਰਾਮਾ ਕਹਿੰਦੇ ਆ। ਇਹ ਕਿੱਥੋਂ ਆਇਆ? ਇਹ ਯੂਨਾਨੀ ਤੋਂ ਆਇਆ। ਯੂਨਾਨੀ ਦੇ ਅੰਦਰ ਕਿਹੜਾ ਸ਼ਬਦ ਸੀ? ਡਰਾਊ ਸੀ। ਡਰਾਊ ਦਾ ਬਦਲਿਆ ਹੋਇਆ ਰੂਪ ਅੰਗਰੇਜ਼ੀ 'ਚ ਡਰਾਮਾ ਬਣਿਆ। ਤੇ ਇਹਦੇ ਅਰਥ ਕੀ ਸੀ? ਇਹਦਾ ਹੈ ਕਿ ਕੁਝ ਕਰਕੇ ਦਿਖਾਉਣਾ। ਇੰਨੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਤੋਂ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਫਿਰ ਆ ਗਿਆ ਵਿਸ਼ਵ ਵਿੱਚ 2 ਨਾਟ ਪਰੰਪਰਾਵਾਂ ਮੌਜੂਦ ਨੇ। ਕਿਹੜੀਆਂ ਕਿਹੜੀਆਂ ਨੇ? ਇੱਕ ਜਿਹੜੀਆਂ 2 ਨਾਟ ਪਰੰਪਰਾਵਾਂ ਨੇ ਉਹਨਾਂ ਦੇ ਅੰਦਰ ਇੱਕ ਆ ਜਾਂਦੀ ਯੂਨਾਨੀ ਨਾਟ ਪਰੰਪਰਾ ਤੇ ਦੂਜੀ ਆ ਜਾਂਦੀ ਹੈ ਸੰਸਕ੍ਰਿਤ ਨਾਟ ਪਰੰਪਰਾ। ਹੁਣ ਯੂਨਾਨੀ ਨਾਟ ਪਰੰਪਰਾ ਹੈ ਜਿਹੜੀ, ਇਸ ਵਿੱਚ ਵਿਸਤਾਰਮਈ ਵਰਣਨ ਅਰਸਤੂ ਦੁਆਰਾ ਰਚਿਤ ਕਾਵੀ ਸ਼ਾਸਤਰ ਵਿੱਚ ਮਿਲਦਾ ਹੈ। ਯਾਨੀ ਜਿਹੜਾ ਯੂਨਾਨੀ ਪਰੰਪਰਾ ਦਾ ਵਿਸਤਾਰਮਈ ਵਰਣਨ ਕਿਸ 'ਚ ਮਿਲਦਾ ਹੈ? ਅਰਸਤੂ ਦੀ ਜਿਹੜੀ ਰਚਨਾ ਹੈ ਕਾਵੀ ਸ਼ਾਸਤਰ ਉਹਦੇ ਅੰਦਰ ਮਿਲਦਾ ਹੈ। ਪਰ ਸੰਸਕ੍ਰਿਤ ਨਾਟ ਪਰੰਪਰਾ ਬਾਰੇ ਜਿਹੜੀ ਜਾਣਕਾਰੀ ਹੈ ਉਹ ਕਿੱਥੋਂ ਮਿਲਦੀ ਹੈ? ਭਰਤ ਮੁਨੀ ਦੇ ਨਾਟਯ ਸ਼ਾਸਤਰ ਤੋਂ ਮਿਲਦੀ ਹੈ। ਹੁਣ 2 ਪਰੰਪਰਾ ਦੀ ਗੱਲ ਕੀਤੀ ਹੈ, ਇੱਕ ਯੂਨਾਨੀ ਦੀ ਤੇ ਦੂਜੀ ਸੰਸਕ੍ਰਿਤ ਦੀ। ਤੇ ਯੂਨਾਨੀ ਦੇ ਅੰਦਰ ਕੌਣ ਹੈ? ਯੂਨਾਨੀ ਦੇ ਅੰਦਰ ਆਪਾਂ ਨੂੰ ਅਰਸਤੂ, ਜਿਹਨੇ ਕਾਵੀ ਸ਼ਾਸਤਰ ਦੇ ਅੰਦਰ ਇਸ ਬਾਰੇ ਗੱਲ ਵਿਸਤਾਰਮਈ ਗੱਲ ਕੀਤੀ ਹੈ। ਤੇ ਜਿਹੜੀ ਸੰਸਕ੍ਰਿਤ ਦੇ ਅੰਦਰ ਆਪਾਂ ਨੂੰ ਮਿਲਦਾ ਹੈ ਤਾਂ ਉਹਦੇ ਅੰਦਰ ਸੰਸਕ੍ਰਿਤ ਜਿਹੜੀ ਨਾਟ ਪਰੰਪਰਾ ਹੈ ਉਹਦੇ ਅੰਦਰ ਭਰਤ ਮੁਨੀ ਨੇ ਕਈ ਗੱਲ ਕੀਤੀ ਹੈ। ਕਿਸ ਗ੍ਰੰਥ ਦੇ ਅੰਦਰ? ਨਾਟਯ ਸ਼ਾਸਤਰ ਦੇ ਅੰਦਰ ਗੱਲ ਕੀਤੀ ਹੈ। ਫਿਰ ਇੱਥੇ ਇਹ ਗੱਲ ਆ ਜਾਂਦੀ ਕਿ ਨਾਟਕ ਦੇ ਰੂਪ ਨੂੰ ਸਮਝਣ ਲਈ ਹੇਠ ਲਿਖੀਆਂ ਪਰਿਭਾਸ਼ਾਵਾਂ ਮਹੱਤਵਪੂਰਨ ਨੇ। ਤਾਂ ਇਹ ਪਰਿਭਾਸ਼ਾ ਬਿਲਕੁਲ ਨੋਟ ਕਰ ਲੈਣਾ। ਐਗਜ਼ਾਮ ਦੇ ਲਈ ਆਪ ਨੂੰ ਨਾਟਕ ਨਾਲ ਜੁੜੀਆਂ ਹੋਈਆਂ ਕਈ ਪਰਿਭਾਸ਼ਾਵਾਂ ਦਿੱਤੀਆਂ ਹੋਈਆਂ ਨੇ ਤੇ ਇਹਨਾਂ ਦੇ ਅੰਦਰੋਂ ਹੀ ਕੋਈ ਐਗਜ਼ਾਮ ਦੇ ਅੰਦਰ ਪੁੱਛੇ ਜਾਣ ਦੀ ਸੰਭਾਵਨਾ ਹੈ। ਪਹਿਲੀ ਜਿਹੜੀ ਆ ਜਾਂਦੀ ਹੈ ਉਹ ਆਪ ਨੂੰ ਆ ਜਾਂਦੀ ਹੈ ਅਰਸਤੂ ਦੀ ਆ ਜਾਂਦੀ ਹੈ। ਤਾਂ ਹੁਣ ਅਰਸਤੂ ਦੀ ਦੇਖਾਂਗੇ ਪਰਿਭਾਸ਼ਾ ਕੀ ਹੈ ਨਾਟਕ ਦੇ ਬਾਰੇ। ਨਾਟਕ ਕਾਵੀ ਦਾ ਉਹ ਰੂਪ ਹੈ ਜਿਸ ਵਿੱਚ ਪਾਤਰ ਜਿਉਂਦੇ ਜਾਗਦੇ ਤੁਰਦੇ ਫਿਰਦੇ ਪੇਸ਼ ਕੀਤੇ ਜਾਂਦੇ ਨੇ, ਅਰਥਾਤ ਜਿਸ ਵਿੱਚ ਕਾਰਜ ਵਪਾਰ ਦਾ ਪ੍ਰਦਰਸ਼ਨ ਹੁੰਦਾ। ਇਹ ਅਰਸਤੂ ਨੇ ਕਿਹਾ ਹੈ। ਤਾਂ ਇੱਕ ਪਰਿਭਾਸ਼ਾ ਆਪਣੇ ਕੋਲ ਕਿਸ ਦੀ ਆ ਗਈ ਹੈ? ਅਰਸਤੂ ਦੀ ਆ ਗਈ। ਕਿਸ ਬਾਰੇ? ਨਾਟਕ ਦੇ ਬਾਰੇ ਆ ਗਈ। ਹੁਣ ਦੂਜੀ ਆਪਾਂ ਪਰਿਭਾਸ਼ਾ ਦੇਖਦੇ ਹਾਂ ਜਿਹੜੀ ਉਹ ਇਬਸਨ ਦੀ ਦੇਖਦੇ ਹਾਂ। ਇਬਸਨ ਦੀ ਜਦੋਂ ਆਪਾਂ ਦੇਖਦੇ ਹਾਂ ਤਾਂ ਉਹ ਇਬਸਨ ਕਹਿੰਦਾ ਹੈ ਕਿ ਨਾਟਕ ਆਪਣੇ ਕਾਰਜ ਨੂੰ ਪਾਤਰਾਂ ਰਾਹੀਂ ਪ੍ਰਗਟਾਉਂਦਾ ਹੈ, ਇਸ ਲਈ ਇਸ ਦਾ ਪ੍ਰਭਾਵ ਸਿੱਧਾ ਅਤੇ ਤੁਰੰਤ ਪੈਂਦਾ ਹੈ। ਇਹ ਪ੍ਰਭਾਵ ਪਾਤਰਾਂ ਦੀਆਂ ਦੇ ਹੁਨਰ ਨਾਲ ਹੀ ਤਿੱਖਾ ਹੁੰਦਾ ਹੈ। ਇਹ ਇਬਸਨ ਦਾ ਕਹਿਣਾ ਹੈ। ਇਹ ਆਪਣੇ ਕੋਲੇ ਦੂਸਰਾ ਕਹਿਣਾ ਆ ਗਿਆ ਨਾਟਕ ਦੇ ਬਾਰੇ ਇਬਸਨ ਦਾ। ਤੇ ਜਿਹੜਾ ਭਰਤ ਮੁਨੀ ਹੈ, ਹੁਣ ਇੱਥੇ ਇੱਕ ਭਰਤ ਮੁਨੀ ਦੀ ਗੱਲ ਵੀ ਲਿਖੀ ਹੋਈ ਹੈ। ਉਹ ਨਾਟਕ ਦੇ ਬਾਰੇ ਕੀ ਕਹਿੰਦਾ ਹੈ ਕਿ ਉਹਦਾ ਕਹਿਣਾ ਹੈ ਕਿ ਨਾਟਕ ਲੋਕਾਂ ਦੀਆਂ ਬਿਰਤੀਆਂ ਤੇ ਸੰਸਕਾਰ ਭਾਵ ਮਨੁੱਖ ਦੇ ਵਿਵਹਾਰਾਂ ਦਾ ਅਨੁਕਰਨ ਭਾਵ ਨਕਲ ਹੈ। ਇਹ ਤੀਸਰੀ ਜਿਹੜੀ ਗੱਲ ਹੈ ਨਾਟਕ ਦੇ ਬਾਰੇ ਇਹ ਕਿਹਦੀ ਹੈ? ਭਰਤ ਮੁਨੀ ਨੂੰ ਬਿਲਕੁਲ ਨੋਟ ਕਰ ਲੈਣਾ। ਅਰਸਤੂ ਤਾਂ ਹੋਰ ਬਹੁਤ ਹਰ ਜਗ੍ਹਾ ਮਿਲ ਜਾਏਗਾ ਤੁਹਾਨੂੰ। ਤੇ ਪਰ ਭਾਰਤੀ ਕਾਵੀ ਜਿਹੜੀ ਪਰੰਪਰਾ ਹੈ ਉਹਦੇ ਅੰਦਰ ਜਿਹੜਾ ਨਾਟਕ ਆਪ ਨੂੰ ਇਹ ਸਾਹਿਤ ਰੂਪ ਦਿੱਤਾ ਗਿਆ ਅਰਸਤੂ ਨੂੰ ਤੋਂ ਪਹਿਲੇ ਤੁਸੀਂ ਭਰਤ ਮੁਨੀ ਨੂੰ ਬਿਲਕੁਲ ਨੋਟ ਕਰ ਲੈਣਾ। ਪਰਿਭਾਸ਼ਾ ਬਿਲਕੁਲ ਤੁਹਾਨੂੰ ਪੂਰੇ ਪੇਪਰ ਦੇ ਅੰਦਰ 2 ਪੁੱਛੇ ਜਾਣ ਦੀ ਸੰਭਾਵਨਾ ਹੈ। ਦੇਖੋ ਇਹ ਸੰਭਾਵਨਾ ਹੀ ਹੁੰਦੀ ਹੈ, ਐਗਜ਼ੈਕਟ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਦੇ ਬਾਰੇ। ਤਾਂ ਤੁਸੀਂ ਆਪਣੇ ਸਿਲੇਬਸ ਨੂੰ ਤਿਆਰ ਕਰਨਾ ਹੁੰਦਾ ਹੈ ਤਾਂ ਮੈਂ ਉਸੇ ਨਜ਼ਰੀਏ ਤੋਂ ਇਹ ਗੱਲ ਕਰਦਾ ਹਾਂ। ਹੁਣ ਅਰਸਤੂ ਨੇ ਇੱਕ ਗੱਲ ਨਾਟਕ ਦੇ ਬਾਰੇ ਹੋਰ ਕਹੀ ਸੀਗੀ, ਉਹ ਵੀ ਆਪਾਂ ਇੱਥੇ ਦੇਖ ਲੈਂਦੇ ਹਾਂ ਕਿ ਨਾਟਕ ਦੇ 2 ਰੂਪ ਸੁਖਾਂਤ ਤੇ ਦੁਖਾਂਤ ਮੰਨੇ ਸੀ। ਇਹ ਪ੍ਰਕਾਰ ਮੰਨੇ ਸੀ ਨਾਟਕ ਦੇ। ਕਿਹਨੇ? ਅਰਸਤੂ ਨੇ ਮੰਨੇ ਸੀ। ਤਾਂ ਉਹ ਕਹਿੰਦਾ ਹੈ ਕਿ ਜਿਹੜਾ ਦੁਖਾਂਤ ਸੰਬੰਧੀ ਇਸ ਤਰ੍ਹਾਂ ਦਾ ਕਥਨ ਦੱਸਦਾ ਹੈ ਕਿ ਤਰਾਸ ਦੀ ਅਨੁਕ੍ਰਿਤੀ ਹੈ, ਵਿਅਕਤੀ ਦੀ ਨਹੀਂ ਕਾਰਜ ਦੀ, ਅਤੇ ਜੀਵਨ ਦੀ। ਜੀਵਨ ਕਾਰਜ ਵਪਾਰ ਦਾ ਹੀ ਨਾਮ ਹੈ। ਯਾਨੀ ਅਰਸਤੂ ਨੇ ਨਾਟਕ ਦੇ 2 ਪ੍ਰਕਾਰ ਦੱਸੇ ਨੇ, ਇੱਕ ਸੁਖਾਂਤ ਤੇ ਦੁਖਾਂਤ। ਦੁਖਾਂਤ ਸੰਬੰਧੀ ਉਹਨੇ ਕਿਹਾ ਸੀ ਕਿ ਦੁਖਾਂਤ ਨਾਟਕ ਸੰਬੰਧੀ ਅਰਸਤੂ ਨੇ ਕਿਹਾ ਸੀ ਕਿ ਤਰਾਸ ਦੀ ਅਨੁਕ੍ਰਿਤੀ ਹੈ, ਵਿਅਕਤੀ ਦੀ ਨਹੀਂ ਕਾਰਜ ਦੀ,
ਅਤੇ ਜੀਵਨ ਕਾਰਜ ਵਪਾਰ ਦਾ ਹੀ ਨਾਮ ਹੈ। ਇਹ ਗੱਲ ਅਰਸਤੂ ਨੇ ਨਾਟਕ ਦੇ ਦੁਖਾਂਤ ਬਾਰੇ ਗੱਲ ਕੀਤੀ ਸੀ। ਦੁਖਾਂਤ ਤੇ ਸੁਖਾਂਤ ਦੋ ਨਾਟਕ ਦੇ ਪ੍ਰਕਾਰ ਦੱਸੇ ਸੀ। ਪਰਿਭਾਸ਼ਾਵਾਂ ਤੁਹਾਨੂੰ ਮੈਂ 3 ਦੱਸ ਚੁੱਕਿਆ ਹਾਂ। ਇੱਕ ਅਰਸਤੂ ਦੀ ਨੋਟ ਕਰਨਾ, ਇਬਸਨ ਨੂੰ ਬਿਲਕੁਲ ਨੋਟ ਕਰਨਾ ਤੁਸੀਂ, ਤੇ ਇਸ ਦੇ ਨਾਲ ਨਾਲ ਭਰਤ ਮੁਨੀ ਨੂੰ ਵੀ ਨੋਟ ਕਰਨਾ। ਇੱਕ ਹੋਰ ਆਪਾਂ ਇੱਥੇ ਨਾਮ ਆਇਆ ਉਸ ਨੂੰ ਦੇਖਾਂਗੇ। ਉਹ ਆ ਗਿਆ ਆਪਣੇ ਕੋਲ, ਨਾਮ ਹੈ ਜਿਹੜਾ ਉਹ ਨੋਰਾ ਰਿਚਰਡ ਦਾ ਨਾਮ ਆ ਗਿਆ। ਇਹਨੂੰ ਨਾਟਕ ਦੇ ਬਿਲਕੁਲ ਨਹੀਂ ਭੁੱਲ ਸਕਦੇ। ਪੰਜਾਬੀ ਨਾਟਕ ਦੀ ਗੱਲ ਕਰਦੇ ਆ ਨਾ ਤਾਂ ਨੋਰਾ ਰਿਚਰਡ ਦਾ ਨਾਮ ਹੀ ਆਉਂਦਾ ਹੈ, ਤਾਂ ਇਹਨੂੰ ਨਹੀਂ ਬਿਲਕੁਲ ਵੀ ਭੁੱਲਣਾ ਤੁਸੀਂ। ਨਾਟਕੀ ਹੁਨਰ ਹੀ ਸਭ ਤੋਂ ਉੱਚੀ ਸੱਭਿਆਚਾਰਕ ਸਿੱਖਿਆ। ਨੋਰਾ ਰਿਚਰਡ ਨੇ ਪੰਜਾਬੀ ਨਾਟਕ ਦਾ ਜਿਹੜਾ ਆਗਾਜ਼ ਹੈ, ਇਸੇ ਲਈ ਇਸ ਨੂੰ ਤੁਸੀਂ ਬਿਲਕੁਲ ਵਿਸਾਰ ਨਹੀਂ ਸਕਦੇ। ਤਾਂ ਇਹ ਨੋਰਾ ਕਹਿੰਦਾ ਕਿ ਜਿਹੜੀ ਕੌਮਾਂ ਵਿੱਚ ਅੱਗੇ ਵਧਣ ਵਿੱਚ ਸਹਾਈ ਹੁੰਦਾ। ਤਾਂ ਇਹ ਨੋਰਾ ਰਿਚਰਡ ਦੀ ਜਿਹੜੀ ਪਰਿਭਾਸ਼ਾ ਹੈ ਇਸ ਨੂੰ ਨੋਟ ਕਰ ਲੈਣਾ। ਕੁੱਲ ਮਿਲਾ ਕੇ ਇਹ ਕਹੋ ਕਿ ਨਾਟਕ ਦੇ ਬਾਰੇ ਤੁਹਾਡੇ ਕੋਲ 4 ਪਰਿਭਾਸ਼ਾਵਾਂ ਨੇ। ਨਾਟਕ ਦੇ ਪ੍ਰਕਾਰ ਦੇ ਬਾਰੇ, ਦੁਖਾਂਤ ਦੇ ਬਾਰੇ ਇੱਕ ਅਰਸਤੂ ਦੀ ਪਰਿਭਾਸ਼ਾ ਮਿਲਦੀ ਹੈ। ਇਸ ਤੋਂ ਇਲਾਵਾ ਨਾਟਕ ਦੇ ਅਰਥ ਦੱਸੇ ਗਏ ਨੇ। ਸੰਸਕ੍ਰਿਤ ਦੇ ਬਾਰੇ ਦੱਸਿਆ ਗਿਆ, ਅੰਗਰੇਜ਼ੀ ਯੂਨਾਨੀ ਸ਼ਬਦ ਡਰਾਊ ਤੋਂ ਦੱਸਿਆ ਗਿਆ ਹੈ। ਭਰਤ ਮੁਨੀ ਨੇ ਨਾਟਕ ਦੇ ਬਾਰੇ ਗੱਲ ਕੀਤੀ ਹੈ। ਤਾਂ ਇਹਨਾਂ ਨੂੰ ਐਗਜ਼ਾਮ ਦੇ ਨਜ਼ਰੀਏ ਤੋਂ ਨੋਟ ਕਰ ਲੈਣਾ, ਮਹੱਤਵਪੂਰਨ ਇਹ ਹੈ। ਹੁਣ ਇੱਥੇ ਇੱਕ ਆ ਗਿਆ ਕਿ ਨਾਟਕ ਜੀਵਨ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਬਿਆਨਦਾ ਹੋਇਆ ਲੇਖਕ, ਨਿਰਦੇਸ਼ਕ, ਅਦਾਕਾਰ ਤੇ ਰੰਗਮੰਚ ਰਾਹੀਂ ਪਾਠਕ ਜਾਂ ਦਰਸ਼ਕ ਤੱਕ ਪਹੁੰਚ ਬਣਾਉਂਦਾ ਹੈ। ਇੰਪੋਰਟੈਂਟ ਸੀ, ਮੈਂ ਆਪ ਨੂੰ ਜੋ ਉਹ ਦੱਸ ਚੁੱਕਿਆ ਹਾਂ। ਹੁਣ ਇਸ ਦੇ ਅੰਦਰ ਇੰਪੋਰਟੈਂਟ ਹੋਰ ਆ ਜਾਂਦਾ ਹੈ ਤੱਤਾਂ ਦੇ ਸਿਰਫ ਤੁਸੀਂ ਨਾਮ ਤੋਂ ਹੀ ਇਸ ਦੇ ਬਾਰੇ ਪਤਾ ਲਗਾ ਸਕਦੇ ਹੋ। ਮੁਸ਼ਕਿਲ ਨਹੀਂ ਹੈ ਕੋਈ ਵੀ, ਕਿਉਂਕਿ ਜਦੋਂ ਆਪਾਂ ਪਲਾਟ ਜਾਂ ਫਿਰ ਗੋਂਦ ਦੀ ਗੱਲ ਕਰਦੇ ਹਾਂ ਤਾਂ ਇਹ ਇਸ ਦਾ ਪਹਿਲਾ ਤੱਤ ਆ ਜਾਂਦਾ ਹੈ। ਤਾਂ ਇਸ ਨੂੰ ਨੋਟ ਕਰ ਲੈਣਾ। ਪਲਾਟ ਜਾਂ ਗੋਂਦ ਹੈ ਜਿਹੜਾ ਉਹ ਨਾਟਕ ਦਾ ਇੱਕ ਬਹੁਤ ਹੀ ਜ਼ਰੂਰੀ ਤੱਤ ਹੈ। ਇਹਦੇ ਅੰਦਰ ਹੁੰਦਾ ਕੀ ਹੈ ਸਾਥੀਓ, ਇਹਦੇ ਅੰਦਰ ਕੀ ਨਾਟਕ ਦੇ ਅੰਦਰ ਜਿਹੜੀ ਕੋਈ ਗੱਲ ਕਹੀ ਜਾਂਦੀ ਹੈ ਉਸ ਨੂੰ ਇੱਕ ਸ਼੍ਰੰਖਲਾ ਦੇ ਅੰਦਰ ਜਾਂ ਇੱਕ ਵਿਉਂਤ ਦੇ ਅੰਦਰ ਜਿਹੜੀ ਇਹ ਕਹੋ ਕਿ ਕੋਈ ਤਰਤੀਬ ਦੇ ਅੰਦਰ ਪੇਸ਼ ਜਦੋਂ ਆਪਾਂ ਕਰਦੇ ਹਾਂ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ, ਪਲਾਟ ਕਹਿੰਦੇ ਹਾਂ ਜਾਂ ਫਿਰ ਗੋਂਦ ਕਹਿੰਦੇ ਹਾਂ। ਹੁਣ ਹੁੰਦਾ ਇਹ ਹੈ ਕਿ ਜਿਹੜਾ ਪਾਠਕ ਹੁੰਦਾ ਹੈ, ਜਿਹੜਾ ਨਾਟਕ ਨੂੰ ਪੜ੍ਹ ਰਿਹਾ ਹੈ ਜਾਂ ਫਿਰ ਉਹ ਦਰਸ਼ਕ ਦੇ ਨਾਤੇ ਉਸ ਨੂੰ ਸਮਝ ਰਿਹਾ ਹੈ, ਦੇਖ ਰਿਹਾ ਹੈ, ਤਾਂ ਉਸ ਦਾ ਆਨੰਦ ਜੋ ਮਾਣ ਰਿਹਾ ਹੈ, ਤਾਂ ਉਸ ਦੀਆਂ ਗੁੰਝਲਾਂ ਨੂੰ ਜਿਹੜਾ ਨਾਟਕਕਾਰ ਹੈ ਆਪਣੇ ਦਰਸ਼ਕ ਦੇ ਸਾਹਮਣੇ ਬਿਆਨ ਕਰਦਾ ਹੈ। ਉਹ ਇੱਕ ਲੜੀ ਦੇ ਅੰਦਰ ਪਰੋ ਕੇ ਉਹ ਸਾਰੀ ਵਿਉਂਤ ਸਿਰਜਦਾ ਹੈ। ਬਸ ਐਸੇ ਨੂੰ ਹੀ ਨਾਟਕ ਦੇ ਅੰਦਰ ਪਲਾਟ ਜਾਂ ਫਿਰ ਗੋਂਦ ਜਿਹੜਾ ਤੱਤ ਹੈ ਨਾਟਕ ਦਾ, ਉਸ ਦੇ ਨਜ਼ਰੀਏ ਤੋਂ ਆਪਾਂ ਸਮਝਦੇ ਹਾਂ। ਤਾਂ ਸਿਰਫ ਇੰਨਾ ਹੀ ਨੋਟ ਕਰੋ ਕਿ ਪਲਾਟ ਜਾਂ ਗੋਂਦ ਹੁੰਦਾ ਕੀ ਹੈ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ, ਬਸ। ਇਸ ਤੋਂ ਇਲਾਵਾ ਹੋਰ ਕੁਝ ਵੀ ਗੱਲ ਇਸ ਦੇ ਅੰਦਰ ਇੰਪੋਰਟੈਂਟ ਨਹੀਂ ਹੈ। ਦੂਜਾ ਆ ਗਿਆ ਪਾਤਰ ਤੇ ਪਾਤਰ ਉਸਾਰੀ। ਬਹੁਤ ਸਰਲ ਹੈ, ਬਹੁਤ ਸਾਰੇ ਸਾਹਿਤ ਰੂਪਾਂ ਦੇ ਅੰਦਰ ਇਹਦਾ ਵਰਣਨ ਆਉਂਦਾ ਹੈ ਕਿ ਪਾਤਰ ਤੇ ਪਾਤਰ ਉਸਾਰੀ। ਨਾਟਕ ਦੇ ਅੰਦਰ ਕਿੱਦਾਂ ਦੇ ਪਾਤਰ ਲਏ ਗਏ ਨੇ, ਕਿਸ ਤਰੀਕੇ ਦੇ ਨੇ, ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਪਾਤਰ ਤੇ ਪਾਤਰ ਉਸਾਰੀ ਦੇ ਅੰਦਰ ਕੀਤੀਆਂ ਜਾਂਦੀਆਂ ਨੇ। ਇਸ ਦੇ ਅੰਦਰ ਹੋਰ ਕੋਈ ਵੀ ਇੰਪੋਰਟੈਂਟ ਨਹੀਂ ਹੈ, ਨਾ ਕਿਸੇ ਦੀ ਪਰਿਭਾਸ਼ਾ ਹੈ, ਨਾ ਕਿਸੇ ਦਾ ਕਥਨ ਹੈ। ਪਾਤਰਾਂ ਦਾ ਚਿੱਤਰਨ ਜਾਂ ਫਿਰ ਪਾਤਰਾਂ ਨੂੰ ਜਿਹੜਾ ਉਕੇਰਿਆ ਜਾਂਦਾ ਹੈ ਉਹ ਇਸ ਦੇ ਰਾਹੀਂ ਹੀ ਦੱਸਿਆ ਜਾਂਦਾ ਹੈ। ਫਿਰ ਤੀਸਰਾ ਜਿਹੜਾ ਸਾਥੀਓ ਆਪਣੇ ਕੋਲ ਆ ਜਾਂਦਾ ਹੈ ਉਹ ਆ ਜਾਂਦਾ ਹੈ ਵਾਰਤਾਲਾਪ ਦਾ। ਤੀਸਰਾ ਜਿਹੜਾ ਆਪਣੇ ਕੋਲ ਆ ਜਾਂਦਾ ਹੈ, ਆਪਣੇ ਕੋਲ ਇਹ ਨਾਟਕ ਦਾ ਤੱਤ ਆਉਂਦਾ ਹੈ, ਉਹ ਆ ਜਾਂਦਾ ਹੈ ਵਾਰਤਾਲਾਪ ਦਾ। ਤਾਂ ਹੁਣ ਵਾਰਤਾਲਾਪ ਜਿਵੇਂ ਪਤਾ ਹੀ ਹੈ ਆਪ ਨੂੰ ਕਿ ਵਾਰਤਾਲਾਪ ਦਾ ਮਤਲਬ ਹੁੰਦਾ ਹੈ ਕਿ ਕੋਈ ਗੱਲਬਾਤ ਕਰਨਾ। ਤਾਂ ਨਾਟਕ ਦੇ ਅੰਦਰ ਇੱਕ ਨਾਟਕਕਾਰ ਪਾਤਰਾਂ ਦਾ ਆਪਸ ਦੇ ਅੰਦਰ ਕਿੱਦਾਂ ਦਾ ਗੱਲਬਾਤ ਕਰਵਾਉਂਦਾ ਹੈ, ਉਹ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਕਿਸ ਤਰੀਕੇ ਨਾਲ ਪੇਸ਼ ਕਰਦਾ ਹੈ ਤਾਂ ਕਿ ਇੱਕ ਰੋਚਕਤਾ ਬਣੀ ਰਹੇ, ਇੱਕ ਸੂਝ ਸਵਾਦ ਮਾਨਿਆ ਜਾ ਸਕੇ। ਇਹ ਇਸੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਨਾਟਕ ਨੂੰ ਅਗਰ ਬੰਨ੍ਹ ਕੇ ਰੱਖਣਾ ਹੈ ਦਰਸ਼ਕ ਨੂੰ ਤਾਂ ਉਸ ਦੇ ਲਈ ਵਾਰਤਾਲਾਪ ਹੈ ਜਿਹੜਾ ਉਹ ਰੋਚਕ ਹੋਣਾ ਚਾਹੀਦਾ ਹੈ, ਉਹ ਉਹਨਾਂ ਦੀ ਅਨੁਕੂਲਤਾ ਦੇ ਅਨੁਸਾਰ ਹੋਣਾ ਚਾਹੀਦਾ ਹੈ। ਤਾਂ ਤੀਜਾ ਜਿਹੜਾ ਇਹ ਤੱਤ ਹੈ ਇਹ ਇੰਪੋਰਟੈਂਟ ਹੋ ਜਾਂਦਾ ਹੈ। ਅਤੇ ਜਿਹੜਾ ਚੌਥਾ ਇੱਕ ਤੱਤ ਹੋਰ ਆ ਜਾਂਦਾ ਦੇਸ਼ ਕਾਲ ਜਾਂ ਫਿਰ ਵਾਤਾਵਰਣ। ਤਾਂ ਇਹ ਚੌਥਾ ਇਸ ਦਾ ਇੰਪੋਰਟੈਂਟ ਤੱਤ ਹੈ ਜਿਸ ਨੂੰ ਤੁਸੀਂ ਦੇਖਣਾ ਹੋਏਗਾ।
ਦੇਸ਼ ਕਾਲ ਜਾਂ ਫਿਰ ਵਾਤਾਵਰਣ। ਫਿਰ ਇਸ ਤੋਂ ਇਲਾਵਾ ਆਪਾਂ ਹੋਰ ਕੁਝ ਇੰਪੋਰਟੈਂਟ ਤੱਤ ਨੇ ਜਿਹੜੇ ਉਹਨਾਂ ਨੂੰ ਦੇਖ ਲੈਂਦੇ ਹਾਂ। ਇਹ ਦੂਜੇ ਸਾਹਿਤ ਰੂਪਾਂ ਦੇ ਅੰਦਰ ਵੀ ਬਿਲਕੁਲ ਆ ਰਹੇ ਨੇ, ਉਹਨਾਂ ਦੇ ਅੰਦਰ ਵੀ ਇਸ ਤਰੀਕੇ ਦੇ ਨੇ, ਜਿਵੇਂ ਕਿ ਉਦੇਸ਼ ਹੈ। ਉਦੇਸ਼ ਜਾਂ ਫਿਰ ਇਸ ਨੂੰ ਤੁਸੀਂ ਮੰਤਵ ਕਹਿ ਸਕਦੇ ਹੋ। ਇਸ ਦਾ ਮਤਲਬ ਇਹ ਹੋਇਆ ਕਿ ਜਿਹੜਾ ਇਹ ਕਿਰਤ ਆਈ ਹੈ ਉਹ ਕਿਸ ਉਦੇਸ਼ ਦੀ ਪੂਰਤੀ ਦੇ ਲਈ ਆਈ ਹੈ। ਫਿਰ ਆ ਗਿਆ ਸ਼ੈਲੀ। ਹੁਣ ਸ਼ੈਲੀ ਦੇ ਅੰਦਰ ਇੱਕ ਤਰੀਕਾ ਵਰਤਿਆ ਜਾਂਦਾ ਹੈ, ਤਾਂ ਉਹ ਕਿਸ ਤਰੀਕੇ ਦੇ ਤਰੀਕੇ ਇਸ ਨਾਟਕ ਦੇ ਅੰਦਰ ਵਰਤਦਾ ਹੈ, ਕਿਹੜੀ ਸ਼ੈਲੀ ਉਸ ਦੇ ਅੰਦਰ ਮਹੱਤਵਪੂਰਨ ਸਥਾਨ ਰੱਖਦੀ ਹੈ, ਯਾਨੀ ਜਿਹੜਾ ਦ੍ਰਿਸ਼ਟੀਕੋਣ ਹੈ ਨਾਟਕਕਾਰ ਦਾ ਉਹ ਕਿਸ ਟਾਈਪ ਦਾ ਹੈ। ਤੇ ਚੌਥਾ ਜਿਹੜਾ ਤੱਤ ਆ ਜਾਂਦਾ ਸੱਤਵਾਂ ਜਿਹੜਾ ਤੱਤ ਆ ਜਾਂਦਾ ਉਹ ਆ ਜਾਂਦਾ ਹੈ ਨਾਟਕ ਦਾ ਰੰਗਮੰਚ ਆ ਜਾਂਦਾ ਹੈ। ਰੰਗਮੰਚ ਯਾਨੀ ਰੰਗਮੰਚ ਤੋਂ ਬਿਨਾਂ ਨਾਟਕ ਬਿਲਕੁਲ ਅਧੂਰਾ ਹੈ। ਨਾਟਕ ਦੇ ਲਈ ਰੰਗਮੰਚ ਬਹੁਤ ਹੀ ਲਾਜ਼ਮੀ ਤੱਤ ਹੈ। ਇੱਥੇ ਇੱਕ ਕਥਨ ਆਇਆ ਹੈ, ਟੀ.ਐਸ. ਇਲੀਅਟ ਦਾ ਇਹ ਕਥਨ ਆਇਆ, ਇਹ ਬਿਲਕੁਲ ਨੋਟ ਕਰ ਲੈਣਾ। ਉਹ ਕਹਿੰਦਾ ਹੈ ਕਿ ਨਾਟਕ ਸਾਹਿਤ ਦਾ ਉਹ ਰੂਪ ਹੈ ਜੋ ਅਭਿਨੈ ਦੇ ਰੰਗਮੰਚੀ ਅੰਸ਼ਾਂ ਵਿੱਚ ਆਪਣੀ ਪ੍ਰਸਾਰ ਦੀ ਮੰਗ ਕਰਦਾ ਹੈ। ਇਹ ਨੋਟ ਕਰ ਲੈਣਾ। ਰੰਗਮੰਚ ਯਾਨੀ ਸਟੇਜ ਦੇ ਉੱਪਰ ਕਿੰਨਾ ਸੋਹਣਾ ਉਸ ਨਾਟਕ ਨੂੰ ਦਿਖਾਇਆ ਗਿਆ ਹੈ, ਬਸ, ਜਾਂ ਫਿਰ ਉਸ ਸਟੇਜ ਦੇ ਅਨੁਕੂਲਤਾ ਨੂੰ ਪੂਰਾ ਕਰਦਾ ਹੈ ਜਾਂ ਨਹੀਂ, ਬਸ ਇਹ ਗੱਲ ਇਸ ਰੰਗਮੰਚ ਦੇ ਅੰਦਰ ਹੁੰਦੀ ਹੈ। ਹੁਣ ਪੂਰੇ ਇਸ ਟੌਪਿਕ ਦੇ ਅੰਦਰ ਇੰਪੋਰਟੈਂਟ ਕੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਤਾਂ ਇਸ ਦੇ ਜਿਹੜਾ ਸਾਹਿਤ ਰੂਪ ਨਾਟਕ ਹੈ ਉਸ ਦੇ ਤੱਤ ਨੇ, ਤੱਤਾਂ ਦੇ ਅੰਦਰ ਇੰਪੋਰਟੈਂਟ ਰੰਗਮੰਚ ਆ ਜਾਂਦਾ ਹੈ, ਸ਼ੈਲੀ ਹੈ, ਉਦੇਸ਼ ਹੈ ਆਪਣੇ ਕੋਲ। ਇਸ ਤੋਂ ਇਲਾਵਾ ਦੇਸ਼ ਕਾਲ ਜਾਂ ਫਿਰ ਵਾਤਾਵਰਣ ਹੈ, ਯਾਨੀ ਕਿੱਦਾਂ ਦਾ ਮਾਹੌਲ ਉਸ ਦੇ ਅੰਦਰ ਦਿਖਾਇਆ ਗਿਆ ਹੈ, ਜੰਗਲ ਦਾ ਹੈ, ਸਮਾਜ ਦਾ ਹੈ, ਕੁਦਰਤ ਦਾ ਹੈ। ਫਿਰ ਵਾਰਤਾਲਾਪ, ਗੱਲਾਂ ਬਾਤਾਂ ਉਸ ਦੇ ਅੰਦਰ ਕਿਸ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ, ਪਾਤਰ ਚਿੱਤਰਨ ਜਾਂ ਫਿਰ ਪਾਤਰ ਉਸਾਰੀ, ਇਹ ਇੰਪੋਰਟੈਂਟ ਹੈ। ਪਲਾਂਟ ਦਾ ਗੋਂਦ ਹੈ ਜਿਹੜਾ ਇੰਪੋਰਟੈਂਟ ਇਸ ਦੇ ਅੰਦਰ ਦੱਸਿਆ ਗਿਆ ਹੈ। ਹੁਣ ਹੋਰ ਜਿਹੜੀਆਂ ਇਸ ਦੇ ਅੰਦਰ ਇੰਪੋਰਟੈਂਟ ਆਈਆਂ ਸੀ ਗੱਲਾਂ ਉਹ ਆਪਾਂ ਦੇਖ ਲੈਂਦੇ ਹਾਂ। ਇੱਕ ਤਾਂ ਆਈ ਸੀ ਨੋਰਾ ਰਿਚਰਡ ਦੀ ਪਰਿਭਾਸ਼ਾ, ਇੱਕ ਭਰਤ ਮੁਨੀ ਦਾ ਕਥਨ, ਇਬਸਨ ਦਾ ਕਹਿਣਾ ਤੇ ਅਰਸਤੂ ਦੀ ਜਿਹੜੀ ਪਰਿਭਾਸ਼ਾ ਹੈ ਉਹ ਨਾਟਕ ਦੇ ਬਾਰੇ ਇੰਪੋਰਟੈਂਟ ਹੈ। ਇਹਨਾਂ ਨੂੰ ਬਿਲਕੁਲ ਨੋਟ ਕਰ ਲੈਣਾ। ਅਰਸਤੂ ਨੇ ਨਾਟਕ ਦੇ ਪ੍ਰਕਾਰ ਦੇ ਬਾਰੇ, ਦੁਖੰਤ ਦੇ ਬਾਰੇ ਕਿਹਾ ਸੀਗਾ ਕਿ ਤਰਾਸਦੀ ਅਨੁਕ੍ਰਿਤੀ ਹੈ ਵਿਅਕਤੀ ਦੀ ਨਹੀਂ ਕਾਰਜ ਦੀ, ਅਤੇ ਜੀਵਨ ਕਾਰਜ ਵਪਾਰ ਦਾ ਹੀ ਨਾਮ ਹੈ। ਇਹ ਕਹਿਣਾ ਸੀ ਅਰਸਤੂ ਦਾ ਦੁਖੰਤ ਨਾਟਕ ਦੇ ਬਾਰੇ, ਇਹਨੂੰ ਬਿਲਕੁਲ ਨੋਟ ਕਰ ਲੈਣਾ। ਹੁਣ ਇਸ ਦੀ ਸ਼ਬਦ ਰਚਨਾ ਹੈ ਜਿਹੜੀ ਉਸ ਦੇ ਬਾਰੇ ਗੱਲ ਆਈ ਸੀ ਕਿ ਜਿਹੜਾ ਨਾਟਕ ਸ਼ਬਦ ਹੈ ਉਹ ਸੰਸਕ੍ਰਿਤ ਦੇ ਨਟ ਜਾਂ ਨਾਟ ਤੋਂ ਬਣਿਆ, ਜਿਹਦਾ ਮਤਲਬ ਨਾਚ ਹੈ। ਭਰਤ ਮੁਨੀ ਜਿਹੜਾ ਇੱਕ ਕਾਵਿ ਸ਼ਾਸਤਰੀ ਆਚਾਰਿਆ ਹੋਇਆ, ਉਹਨੇ ਨਾਟਯ ਸ਼ਾਸਤਰ ਦੇ ਅੰਦਰ ਕੀ ਕਿਹਾ ਹੈ, ਇਸ ਨੂੰ ਬਥੇਰੇ ਜਾਣਕਾਰੀ ਗੱਲਬਾਤ ਕੀਤੀ ਹੈ ਨਾਟਕ ਦੇ ਬਾਰੇ। ਅੰਗਰੇਜ਼ੀ ਦੇ ਅੰਦਰ ਇਸ ਦਾ ਸ਼ਬਦ ਡਰਾਮਾ ਹੈ, ਜਿਹੜਾ ਕਿ ਯੂਨਾਨੀ ਸ਼ਬਦ ਡਰਾਓ ਤੋਂ ਆਇਆ ਹੈ, ਤੇ ਡਰਾਓ ਦਾ ਕਹਿਣਾ ਹੈ ਕਿ ਕੁਝ ਕਰਕੇ ਦਿਖਾਉਣਾ। ਇਸ ਤੋਂ ਇਲਾਵਾ ਨਾਟਕ ਦੇ ਲਈ ਜਿਹੜੀ ਜ਼ਰੂਰੀ ਹੈ ਕਿ ਉਹ ਹੈ ਨਾਟਕ ਇੱਕ ਵਿਲੱਖਣ ਟਾਈਪ ਦਾ ਸਾਹਿਤ ਰੂਪ ਹੈ, ਜਿਸ ਨੂੰ ਪੜ੍ਹਿਆ ਹੀ ਨਹੀਂ ਸਗੋਂ ਦੇਖਿਆ ਵੀ ਜਾ ਸਕਦਾ ਹੈ। ਇਹਦੇ ਅੰਦਰ ਸਟੇਜ ਵੀ ਹੁੰਦਾ ਹੈ, ਇਸ ਦੇ ਅੰਦਰ ਲਾਈਟਿੰਗ ਵੀ ਹੁੰਦੀ ਹੈ, ਇਸ ਦੇ ਅੰਦਰ ਆਵਾਜ਼ ਵੀ ਹੁੰਦੀ ਹੈ, ਇਸ ਦੇ ਅੰਦਰ ਅਦਾਕਾਰੀ ਵੀ ਹੁੰਦੀ ਹੈ, ਇਸ ਦੇ ਅੰਦਰ ਨਾਚ ਵੀ ਹੁੰਦਾ ਹੈ, ਅਤੇ ਇਸ ਦੇ ਅੰਦਰ ਕਥਨ ਵੀ ਹੁੰਦਾ ਹੈ। ਸੋ ਇੱਦਾਂ ਦਾ ਇਹ ਸਾਹਿਤ ਰੂਪ ਹੈ। ਜੋ ਮੈਂ ਆਪ ਨੂੰ ਇਹ ਗੱਲਾਂ ਦੱਸੀਆਂ, ਮੈਨੂੰ ਲੱਗਦਾ ਹੈ ਕਿ ਨਾਟਕ ਸਾਹਿਤ ਰੂਪ ਦੇ ਲਈ ਇਹ ਇੰਪੋਰਟੈਂਟ ਸੀ। ਜਿਹੜੀਆਂ ਗੱਲਾਂ ਤੁਹਾਨੂੰ ਨਹੀਂ ਪਤਾ ਉਹਨਾਂ ਨੂੰ ਆਪਣੀ ਨੋਟਬੁੱਕ 'ਤੇ ਨੋਟ ਕਰੋ, ਬਾਰ-ਬਾਰ ਰਿਵੀਜ਼ਨ ਕਰੋ, ਐਗਜ਼ਾਮ ਦੇ ਲਈ ਤਿਆਰ ਕਰੋ। ਐਗਜ਼ਾਮ ਦੇ ਅੰਦਰ ਇਹਨਾਂ ਤੋਂ ਸੰਬੰਧਿਤ ਹੀ ਪ੍ਰਸ਼ਨ ਕੋਈ ਲਿਆ ਜਾ ਸਕਦਾ ਹੈ। ਸੋ ਲਗਾਤਾਰ ਮਿਹਨਤ ਜਾਰੀ ਰੱਖਣਾ, ਪ੍ਰੈਕਟਿਸ ਕਰਦੇ ਰਹਿਣਾ। ਅੱਜ ਦੀ ਕਲਾਸ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਆਪਣੇ ਫਰੈਂਡਸ ਕੋਲ, ਸਾਥੀਆਂ ਕੋਲ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਉਹ ਵੀ ਇਸ ਚੈਨਲ ਦਾ ਹਿੱਸਾ ਬਣ ਸਕਣ, ਇਸ ਪਰਿਵਾਰ ਦਾ ਹਿੱਸਾ ਬਣ ਕੇ ਆਪਣੀ ਤਿਆਰੀ ਹੈ ਦੇ ਅੰਦਰ ਹੋਰ ਨਿਖਾਰ ਲਿਆ ਸਕਣ। ਤਾਂ ਲਗਾਤਾਰ ਮਿਹਨਤ ਜਾਰੀ ਰੱਖਣਾ। ਜ਼ਰੂਰ ਮੈਂ ਆਪਦੇ ਲਈ ਕੰਟੀਨਿਊ ਇਹ ਕਲਾਸਾਂ ਜਾਰੀ ਰੱਖਾਂਗਾ। ਧੰਨਵਾਦ।